हाँ जी, ਲੇਖ ਦਾ ਨਾਮ ਹੈਗਾ ਮਨ ਦੀ ਮੌਜ ਔਰ ਲੇਖਕ ਦਾ ਨਾਮ ਹੈ ਲਾਲ ਸਿੰਘ ਕਮਲਾ ਅਕਾਲੀ। ਸੋ ਸ਼ੁਰੂ ਕਰਨ ਲੱਗਿਆ। ਲਾਲ ਸਿੰਘ ਕਮਲਾ ਅਕਾਲੀ ਦੇ ਜੀਵਨ ਤੇ ਉਸ ਦੀ ਸਾਹਿਤ ਸੇਵਾ ਨਾਲ ਜਾਣ ਪਛਾਣ ਕਰਾਓ। ਉੱਤਰ ਦਿੱਤਾ ਹੋਇਆ ਪੰਜਾਬੀ ਗੱਦ ਸਾਹਿਤ ਵਿੱਚ ਲਾਲ ਸਿੰਘ ਕਮਲਾ ਅਕਾਲੀ ਦਾ ਨਾਂ ਉੱਘਾ ਹੈ। ਆਪ ਦਾ ਜਨਮ 1899 ਈਸਵੀ ਵਿੱਚ ਪਿੰਡ ਭਨੌੜ ਜ਼ਿਲ੍ਹਾ ਲੁਧਿਆਣਾ ਵਿੱਚ ਸਰਦਾਰ ਭਗਵਾਨ ਸਿੰਘ ਦੇ ਘਰ ਹੋਇਆ। ਆਪ ਦੇ ਪਿਤਾ ਜੀ ਬ੍ਰਹਮਾ ਵਿਖੇ ਸਰਕਾਰੀ ਡਾਕਟਰ ਸਨ, ਜਿੱਥੇ ਆਪ ਨੇ ਪ੍ਰਾਇਮਰੀ ਤੱਕ ਵਿੱਦਿਆ ਪ੍ਰਾਪਤ ਕੀਤੀ। ਫਿਰ ਆਪਣੇ ਖਾਲਸਾ ਕਾਲਜੇਟ ਸਕੂਲ ਅੰਮ੍ਰਿਤਸਰ ਤੋਂ 10ਵੀਂ ਅਤੇ 1913 ਵਿੱਚ ਖਾਲਸਾ ਕਾਲਜ ਅੰਮ੍ਰਿਤਸਰ ਤੋਂ BSc ਪਾਸ ਕੀਤੀ। ਇਸ ਤੋਂ ਪਿੱਛੋਂ ਆਪ ਨੇ LLB ਪਾਸ ਕੀਤੀ। ਫਿਰ ਆਪ ਬਰਮਾ ਜਾ ਕੇ ਇੰਜੀਨੀਅਰਿੰਗ ਸਕੂਲ ਵਿੱਚ ਸਾਇੰਸ ਦੇ ਲੈਕਚਰਾਰ ਨਿਯੁਕਤ ਹੋਏ। ਫਿਰ ਆਪ ਇੰਗਲੈਂਡ ਗਏ ਅਤੇ 1929 ਵਿੱਚ ਉੱਥੋਂ ਆਪ ਨੇ MSc ਦੀ ਡਿਗਰੀ ਹਾਸਲ ਕੀਤੀ। 1935 ਵਿੱਚ ਆਪ ਪੰਜਾਬ ਪਰਤੇ ਅਤੇ 1939 ਤੋਂ 1945 ਤੱਕ ਪੰਜਾਬ ਲੈਜਿਸਲੇਟਿਵ ਕੌਂਸਲ ਦੇ ਮੈਂਬਰ ਰਹੇ। 1943 ਤੋਂ 1946 ਤੱਕ ਆਪ ਰੋਜ਼ਾਨਾ ਅਜੀਤ ਉਰਦੂ ਦੇ ਮੈਨੇਜਿੰਗ ਐਡੀਟਰ ਦੇ ਤੌਰ 'ਤੇ ਕੰਮ ਕਰਦੇ ਰਹੇ। 1949 ਵਿੱਚ ਆਪ ਨੇ ਕੁਝ ਸਮਾਂ ਜੇਲ੍ਹ ਦੀ ਯਾਤਰਾ ਕੀਤੀ। ਫਿਰ ਆਪ ਲੁਧਿਆਣੇ ਵਿੱਚ ਵਕਾਲਤ ਕਰਦੇ ਰਹੇ ਅਤੇ ਨਾਲ ਹੀ ਖੇਤੀਬਾੜੀ ਦਾ ਧੰਦਾ ਵੀ ਚਾਲੂ ਰੱਖਿਆ। 1977 ਵਿੱਚ ਆਪ ਦਾ ਦੇਹਾਂਤ ਹੋ ਗਿਆ। ਆਪ ਨੇ 1920-21 ਵਿੱਚ ਲਿਖਣਾ ਆਰੰਭ ਕੀਤਾ। ਇਸ ਸਮੇਂ ਅਕਾਲੀ ਲਹਿਰ ਜ਼ੋਰਾਂ 'ਤੇ ਸੀ। ਇਸ ਸਮੇਂ ਆਪ ਨੇ ਕਮਲਾ ਅਕਾਲੀ ਨਾਂ ਦਾ ਇੱਕ ਟਰੈਕਟ ਲਿਖਿਆ, ਜਿਸ ਤੋਂ ਆਪ ਦਾ ਨਾਮ ਕਮਲਾ ਅਕਾਲੀ ਪ੍ਰਸਿੱਧ ਹੋ ਗਿਆ। ਸ਼ੁਰੂ ਵਿੱਚ ਆਪ ਦੀਆਂ ਕਰਮਗਤੀ ਅਤੇ ਸਰਬਲੋਹ ਦੀ ਵਹੁਟੀ ਨਾਂ ਦੀਆਂ ਕਹਾਣੀਆਂ ਫੁੱਲਵਾੜੀ ਵਿੱਚ ਛਪੀਆਂ, ਪਰ ਲੇਖਕ ਦੇ ਤੌਰ 'ਤੇ ਆਪ ਦੀ ਬਹੁਤੀ ਪ੍ਰਸਿੱਧ ਰਚਨਾ ਮੇਰਾ ਵਿਲਾਇਤੀ ਸਫ਼ਰਨਾਮਾ ਕਰਕੇ ਹੀ ਹੋਈ। ਇਹ ਰਚਨਾ 1930 ਵਿੱਚ ਕੀਤੀ ਅਤੇ ਇਸ ਵਿੱਚ ਉਹਨਾਂ ਆਪਣੀ ਵਿਦੇਸ਼ ਯਾਤਰਾ ਦਾ ਵਿਸਥਾਰਪੂਰਵਕ ਵਰਣਨ ਕੀਤਾ। ਇਸ ਵਿੱਚ ਸੁੰਦਰ ਅਤੇ ਮੌਲਿਕ ਢੰਗ ਨਾਲ ਦ੍ਰਿਸ਼ ਚਿੱਤਰੇ ਗਏ ਹਨ, ਜਿਨ੍ਹਾਂ ਨੂੰ ਪੜ੍ਹ ਕੇ ਵਿਦੇਸ਼ੀ ਜੀਵਨ ਪਾਠਕ ਦੀਆਂ ਅੱਖਾਂ ਅੱਗੇ ਸਾਕਾਰ ਹੋ ਉੱਠਦਾ ਹੈ। ਇਸ ਦੀ ਬੋਲੀ ਰੋਜ਼ਾਨਾ ਜੀਵਨ ਦੀ ਆਮ ਪੰਜਾਬੀ ਹੈ। ਠੇਠਤਾ ਅਤੇ ਮੁਹਾਵਰੇਦਾਰ ਹੋਣਾ ਉਸ ਦਾ ਵਿਸ਼ੇਸ਼ ਗੁਣ ਹੈ। 1940 ਵਿੱਚ ਆਪ ਦੀ ਰਚਨਾ ਮੌਤ ਰਾਣੀ ਦਾ ਘੁੰਡ ਛਪੀ, ਜਿਸ ਵਿੱਚ ਆਪ ਨੇ ਜ਼ਿੰਦਗੀ ਅਤੇ ਮੌਤ ਸੰਬੰਧੀ ਵਿਚਾਰਾਂ ਨੂੰ ਵਿਗਿਆਨਕ ਢੰਗ ਨਾਲ ਪੇਸ਼ ਕੀਤਾ। ਇਸ ਵਿੱਚ 11 ਦਾਰਸ਼ਨਿਕ ਨਿਬੰਧ ਹਨ, ਜੋ ਕਿ ਘਰ ਘਰ ਦੇ ਬੱਚੇ, ਜਵਾਨ ਅਤੇ ਬਿਰਧ ਨੂੰ ਮੌਤ ਨਾਲ ਜਾਣ ਪਛਾਣ ਕਰਾਉਣ ਲਈ ਲਿਖੇ ਗਏ ਹਨ। 1949 ਵਿੱਚ ਆਪ ਦੀ ਪੁਸਤਕ ਜੀਵਨ ਨੀਤੀ ਛਪੀ। ਇਸ ਵਿੱਚ ਆਪ ਨੇ ਸੱਭਿਆਚਾਰ ਲੇਖ ਲਿਖੇ ਹਨ। ਸੈਲਾਨੀ ਦੇਸ਼ ਭਗਤ ਵਿੱਚ ਆਪ ਦੀ ਅਮਰੀਕਾ ਅਤੇ ਪੂਰਬੀ ਏਸ਼ੀਆ ਦੀ ਯਾਤਰਾ ਦਾ ਵਰਣਨ ਹੈ। ਇਹ ਸਫ਼ਰਨਾਮਾ ਵੀ ਪੰਜਾਬੀ ਸਾਹਿਤ ਵਿੱਚ ਆਪਣਾ ਨਿਵੇਕਲਾ ਸਥਾਨ ਰੱਖਦਾ ਹੈ। ਇਹਨਾਂ ਤੋਂ ਬਿਨਾਂ ਆਪ ਨੇ ਬਹੁਤ ਸਾਰੇ ਵਿਗਿਆਨਕ ਨਿਬੰਧ ਰਚੇ ਹਨ। ਕਮਲਾ ਅਕਾਲੀ ਦੀ ਵਾਰਤਕ ਦੋ ਪ੍ਰਕਾਰ ਦੀ ਹੈ, ਇੱਕ ਬਿਰਤਾਂਤੀ ਅਤੇ ਇੱਕ ਵਰਣਨੀ, ਅਤੇ ਦੂਸਰੀ ਵਿਆਖਿਆਮਈ ਅਤੇ ਸਿਧਾਂਤਿਕ। ਪਹਿਲਾ ਰੂਪ ਸਫ਼ਰਨਾਮਿਆਂ ਵਿੱਚ ਉਘੜਿਆ ਹੈ ਅਤੇ ਦੂਜਾ ਰੂਪ ਉਸਦੀ ਨਿਬੰਧ ਰਚਨਾ ਵਿੱਚ। ਭਾਵੇਂ ਵਿਆਖਿਆਮਈ ਵਾਰਤਕ ਵਿੱਚ ਉਸਦੀਆਂ ਪ੍ਰਾਪਤੀਆਂ ਘੱਟ ਮਾਣ ਕਰਨ ਵਾਲੀਆਂ ਨਹੀਂ, ਪਰ ਉਸਨੇ ਬਿਰਤਾਂਤੀ ਅਤੇ ਵਰਣਨੀ ਸ਼ੈਲੀ ਵਿੱਚ ਵਧੇਰੇ ਨਾਂ ਖੱਟਿਆ ਹੈ। ਉਸਦੀ ਸ਼ੈਲੀ ਦਾ ਵੱਡਾ ਗੁਣ ਸਰਲਤਾ, ਸਪਸ਼ਟਤਾ, ਸਾਦਗੀ ਅਤੇ ਸ਼ਬਦ ਚਿੱਤਰਾਂ ਦੀ ਵਰਤੋਂ ਹੈ। ਜਿਵੇਂ ਉਹ ਲਿਖਦਾ ਹੈ, ਲੰਦਨ ਕੀ ਹੈ? ਇੱਕ ਧੂਏਦਾਰ ਲਿਫਾਫਾ ਹੈ। ਧੂਏਂ ਦੀ ਧੁੰਦ ਸਾਫ਼ ਹੋਵੇ ਤਾਂ ਇੱਕ ਤਮਾਸ਼ਾ ਜਿਹਾ ਵਿੱਚ ਹੀ ਨਜ਼ਰੀ ਪੈਂਦਾ ਹੈ। ਲੰਮੀ ਸਾਫ਼ ਚਿਲਕਦੀ ਸੜਕ ਉੱਤੇ ਆਦਮੀ, ਤੀਵੀਆਂ, ਕਿਨਾਰੇ ਕਿਨਾਰੇ 'ਤੇ ਮੋਟਰਾਂ, ਐਸ਼ ਵਾਲੀਆਂ ਮੋਟਰਾਂ ਅਤੇ ਭਾਰੂ ਲੱਦੀ ਮੋਟਰਾਂ, ਭਾਰੂ ਮੋਟਰਾਂ, ਭੀੜਾਂ ਲੱਦੀ ਜਾਂਦੀਆਂ ਬੱਸਾਂ, ਕਿਤੇ ਕਿਤੇ ਹਾਥੀਆਂ ਵਰਗੇ ਘੋੜੇ ਗੱਡੀਆਂ ਖਿੱਚਦੇ, ਅਖਬਾਰਾਂ, ਨਾਚ ਘਰਾਂ, ਬਾਜ਼ਾਰਾਂ, ਰੋਟੀਆਂ ਅਤੇ ਸ਼ਰਾਬ ਵਾਲੀਆਂ ਲਾਰੀਆਂ ਸਭ ਡਾਰਾਂ ਬੰਨੀ ਤੁਰੀਆਂ ਜਾਂਦੀਆਂ ਹਨ। ਰੌਲੇ ਦੀ ਲੋੜ ਨਹੀਂ, ਭੌਂ ਦੀ ਲੋੜ ਨਹੀਂ, ਕਿਉਂਕਿ ਸਭ ਕੁਝ ਵਿਉਂਤ ਨਾਲ ਹੋ ਰਿਹਾ ਹੈ। ਅੱਗੇ ਮੇਰਾ ਵਿਲਾਇਤੀ ਸਫ਼ਰਨਾਮਾ ਵਿੱਚ ਹਾਸ ਰਸੀ ਛੋਹਾਂ ਵੀ ਹਨ। ਸੈਲਾਨੀ ਦੇਸ਼ ਭਗਤ ਵਿੱਚ ਗੰਭੀਰਤਾ ਹੈ, ਜੋ ਆਸ਼ੇ ਦੀ ਸੇਧ ਅਨੁਸਾਰ ਆਉਣੀ ਸੁਭਾਵਿਕ ਸੀ। ਉਸਦੇ ਨਿਬੰਧਾਂ ਦੀ ਸ਼ੈਲੀ ਵਿਆਖਿਆਤਮਕ ਅਤੇ ਸਿਧਾਂਤਿਕ ਹੈ, ਜਿਹਦਾ ਨਮੂਨਾ ਇਹ ਹੈ, ਮੌਤ ਉਸ ਜੱਟਾਂ ਵਾਲੇ ਅਵਧੂਤ ਬਾਵੇ ਵਾਂਗ ਹੈ, ਜਿਸ ਨੂੰ ਬੱਚੇ ਦੂਰੋਂ ਵੇਖ ਕੇ ਨੱਸਦੇ ਹਨ, ਪਰ ਜਦ ਉਸ ਬਾਵੇ ਨੂੰ ਨੇੜਿਓਂ ਜਾ ਕੇ ਵੇਖੀਏ ਤਾਂ ਪਤਾ ਲੱਗਦਾ ਹੈ, ਇਸ ਦੇ ਵਰਗਾ ਭਲਾ ਲੋਕ ਹੀ ਕੋਈ ਨਹੀਂ।
ਸਮੁੱਚੇ ਤੌਰ 'ਤੇ ਆਧੁਨਿਕ ਗদ্যਕਾਰਾਂ ਵਿੱਚ ਖਾਸਕਰ ਸਫ਼ਰਨਾਮਾ ਲੇਖਕਾਂ ਵਿੱਚ ਕਮਲਾ ਕਾਲੀ ਦਾ ਸਥਾਨ ਬਹੁਤ ਮਹੱਤਵਪੂਰਨ ਹੈ। ਇਸ ਤਰ੍ਹਾਂ ਦੇ ਹੋਰ ਵੀਡੀਓਜ਼ ਦੇਖਣ ਲਈ ਤੁਸੀਂ ਇੱਧਰ ਖੱਬੇ ਪਾਸੇ ਇੱਕ ਪਲੇਲਿਸਟ ਆ ਰਹੀ ਹੋਊਗੀ, ਉਸ ਪਲੇਲਿਸਟ ਦੇ ਕਲਿੱਕ ਕਰਕੇ ਤੁਸੀਂ ਪਿਛਲੇ ਵੀਡੀਓ ਦੇਖ ਸਕਦੇ ਹੋ, ਜਾਂ ਫਿਰ ਤੁਸੀਂ ਚੈਨਲ ਦੇ ਉੱਪਰ ਵਿਜ਼ਿਟ ਕਰਕੇ ਵੀ ਦੇਖ ਸਕਦੇ ਹੋ। ਇੱਧਰ ਸੱਜੇ ਪਾਸੇ ਦਿੱਤਾ ਹੋਇਆ।